ਹੈਲੋ एवरीवन, मैं पूनम रानी एसएस मिस्ट्रेस सरकारी सीनियर सैकेंडरी स्मार्ट स्कूल क्यामपुर ਅੱਜ ਤੁਹਾਡੇ ਲਈ ਸਮਾਜਿਕ ਸਿੱਖਿਆ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਲੈ ਕੇ ਆਈ ਹਾਂ। ਪਿਆਰੇ ਬੱਚਿਓ, ਅੱਜ ਅਸੀਂ ਸਮਾਜਿਕ ਸਿੱਖਿਆ ਦੇ ਇਤਿਹਾਸ ਦੇ ਟੌਪਿਕ ਫਰਾਂਸ ਦੀ ਕ੍ਰਾਂਤੀ ਦੀ ਗੱਲ ਕਰਾਂਗੇ। ਬੇਟਾ, ਫਰਾਂਸ ਦੀ ਕ੍ਰਾਂਤੀ ਨੇ ਸਿਰਫ ਫਰਾਂਸ ਨੂੰ ਹੀ ਨਹੀਂ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ। ਫਰਾਂਸ ਦੀ ਕ੍ਰਾਂਤੀ 1799 ਈਸਵੀ ਵਿੱਚ ਹੋਈ। ਆਮ ਜਨਤਾ ਦੁਖੀ ਸੀ, ਪਰ ਕੁਲੀਨ ਵਰਗ ਐਸ਼ਪ੍ਰਸਤੀ ਦਾ ਜੀਵਨ ਬਤੀਤ ਕਰਦਾ ਸੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਫਰਾਂਸੀਸੀ ਸਮਾਜ 3 ਸਟੇਟ ਜਾਂ 3 ਵਰਗਾਂ ਵਿੱਚ ਵੰਡਿਆ ਹੋਇਆ ਸੀ। ਪਹਿਲਾ ਵਰਗ ਪੋਪ ਅਤੇ ਪਾਦਰੀ, ਜੋ ਕਿ ਧਾਰਮਿਕ ਨੇਤਾ ਸਨ, ਅਤੇ ਦੂਜਾ ਵਰਗ ਜਿਸ ਨੂੰ ਕੁਲੀਨ ਵਰਗ ਵੀ ਕਿਹਾ ਜਾਂਦਾ ਸੀ, ਉਸ ਵਿੱਚ ਰਾਜਾ ਅਤੇ ਉਸਦੇ ਰਿਸ਼ਤੇਦਾਰ ਆਉਂਦੇ ਸਨ। ਅਤੇ ਤੀਜਾ ਵਰਗ ਬੇਟਾ, ਜਿਸ ਵਿੱਚ 90% ਤੋਂ ਵੱਧ ਜਨਤਾ ਆਉਂਦੀ ਸੀ, ਉਹ ਅਸਮਾਨਤਾ ਅਤੇ ਆਰਥਿਕ ਪਛੜੇਪਣ ਦੀ ਸ਼ਿਕਾਰ ਸੀ। ਇਸ ਵਿੱਚ ਵਪਾਰੀ, ਕਾਸ਼ਤਕਾਰ, ਕਾਨੂੰਨੀ ਅਧਿਕਾਰੀ, ਕਿਸਾਨ ਆਦਿ ਬਹੁਤ ਸਾਰੇ ਲੋਕ ਆਉਂਦੇ ਸਨ। ਇਹਨਾਂ ਨੂੰ ਬਹੁਤ ਸਾਰੇ ਕਰ ਦੇਣੇ ਪੈਂਦੇ ਸਨ। ਬੇਟਾ, ਜਿਹੜੇ ਕਰ ਸਨ ਇਹ ਪ੍ਰਤੱਖ ਕਰ ਅਤੇ ਅਪ੍ਰਤੱਖ ਕਰ ਦੋਨੋਂ ਤਰ੍ਹਾਂ ਦੇ ਕਰ ਆਉਂਦੇ ਸਨ। ਬੇਟਾ, ਪਹਿਲੇ ਵਰਗ ਅਤੇ ਦੂਜੇ ਵਰਗ ਜਿਹੜਾ ਕਿ ਪੋਪ ਅਤੇ ਰਾਜਾ, ਇਹਨਾਂ ਲਈ ਇਹਨਾਂ ਨੂੰ ਜਿਹੜਾ ਤੀਸਰਾ ਵਰਗ ਸੀ, ਇਹਨਾਂ ਨੂੰ ਬਹੁਤ ਸਾਰੇ ਕੰਮ ਕਰਨੇ ਪੈਂਦੇ ਸਨ, ਜਿਵੇਂ ਇਹਨਾਂ ਦੇ ਖੇਤਾਂ ਵਿੱਚ ਕੰਮ ਕਰਨਾ, ਰਾਜਾ ਲਈ ਸੜਕਾਂ ਬਣਾਉਣੀਆਂ, ਪਰ ਇਹਨਾਂ ਨੂੰ ਇਹਨਾਂ ਚੀਜ਼ਾਂ ਦੀ, ਇਹਨਾਂ ਕੰਮਾਂ ਦੀ, ਇਹਨਾਂ ਦੀ ਮਜ਼ਦੂਰੀ ਨਹੀਂ ਦਿੱਤੀ ਜਾਂਦੀ ਸੀ, ਜਿਸ ਕਾਰਨ ਜਨਤਾ ਬਹੁਤ ਦੁਖੀ ਸੀ। ਇਸ ਲਈ ਜਨਤਾ ਨੇ ਰਾਜਾ ਲੂਈ 16ਵੇਂ, ਜੋ ਕਿ ਇੱਕ ਐਸ਼ਪ੍ਰਸਤ ਰਾਜਾ ਸੀ, ਵਿਰੁੱਧ ਕ੍ਰਾਂਤੀ ਦਾ ਬਿਗਲ ਬੁਝਾ ਦਿੱਤਾ। ਲੂਈ 16ਵੇਂ ਨੇ ਜਨਤਾ ਦੇ ਪ੍ਰਤੀਨਿਧੀਆਂ ਦੀ ਗੱਲ ਨਾ ਮੰਨੀ। ਜਨਤਾ ਟੈਨਿਸ ਕੋਰਟ ਵਿੱਚ 20 ਜੂਨ 1799 ਈਸਵੀ ਵਿੱਚ ਇਕੱਠੀ ਹੋ ਗਈ ਅਤੇ ਉਹਨਾਂ ਨੇ ਨਵੇਂ ਸੰਵਿਧਾਨ ਦਾ ਐਲਾਨ ਕਰ ਦਿੱਤਾ। ਬੇਟਾ, ਇਸ ਤੋਂ ਬਾਅਦ ਆਉਂਦੀ ਹੈ ਬੈਸਟੀਲ ਦੀ ਘਟਨਾ। ਬੈਸਟੀਲ ਪੈਰਿਸ ਦਾ ਇੱਕ ਪੁਰਾਤਨ ਕਿਲ੍ਹਾ ਸੀ, ਜਿਸ ਨੂੰ ਰਾਸ਼ਟਰਵਾਦੀਆਂ ਨੂੰ ਰੱਖਣ ਲਈ ਵਰਤਿਆ ਜਾਂਦਾ ਸੀ। ਫਰਾਂਸ ਦੀ ਕ੍ਰਾਂਤੀ ਦੌਰਾਨ ਕ੍ਰਾਂਤੀਕਾਰੀਆਂ ਨੇ ਇਸ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ। ਬੇਟਾ, ਜਿਹੜਾ ਇਹ ਹਮਲਾ ਕੀਤਾ ਉਹਨਾਂ ਨੇ ਕਿਲ੍ਹੇ 'ਤੇ 14 ਜੁਲਾਈ 1799 ਈਸਵੀ ਨੂੰ ਕੀਤਾ। ਉਸੇ ਤਰੀਕ ਨੂੰ ਅੱਜ ਵੀ ਬੈਸਟੀਲ ਦਿਵਸ ਜਾਂ ਰਾਸ਼ਟਰੀ ਦਿਵਸ ਦੇ ਰੂਪ ਵਿੱਚ ਫਰਾਂਸ ਵਿੱਚ ਮਨਾਇਆ ਜਾਂਦਾ ਹੈ। ਫਰਾਂਸ ਦਾ ਰਾਜਾ ਆਪਣੀ ਵਿਰੋਧੀ ਪ੍ਰਜਾ ਦੀ ਸ਼ਕਤੀ ਨੂੰ ਦੇਖ ਕੇ ਸਹਿਮ ਗਿਆ, ਇਸ ਲਈ ਉਸਨੇ ਨੈਸ਼ਨਲ ਅਸੈਂਬਲੀ ਨੂੰ ਮਾਨਤਾ ਦੇ ਦਿੱਤੀ। 1791 ਈਸਵੀ ਵਿੱਚ ਅਸੈਂਬਲੀ ਨੇ ਸੰਵਿਧਾਨ ਦਾ ਖਰੜਾ ਤਿਆਰ ਕਰ ਲਿਆ। ਸ਼ਕਤੀਆਂ ਨੂੰ ਕਾਰਜਪਾਲਿਕਾ, ਵਿਧਾਨਪਾਲਿਕਾ, ਨਿਆਂਪਾਲਿਕਾ ਵਿੱਚ ਵੰਡ ਦਿੱਤਾ ਗਿਆ। ਇਸ ਦੇ ਫਲਸਰੂਪ ਫਰਾਂਸ ਵਿੱਚ ਸੰਵਿਧਾਨਕ ਰਾਜਤੰਤਰ ਦੀ ਸਥਾਪਨਾ ਹੋਈ। ਇਸ ਤੋਂ ਬਾਅਦ ਬੇਟਾ ਆਉਂਦਾ ਹੈ ਆਤੰਕ ਦਾ ਰਾਜ। ਜੈਕੋਬਿਨ ਕਲੱਬ ਦੇ ਮੈਂਬਰ ਮੁੱਖ ਤੌਰ 'ਤੇ ਸਮਾਜ ਦੇ ਘੱਟ ਖੁਸ਼ਹਾਲ ਵਰਗਾਂ ਨਾਲ ਸੰਬੰਧਿਤ ਸਨ। ਉਹਨਾਂ ਦਾ ਨੇਤਾ ਮੈਕਸਮਿਲੀਅਨ ਰੋਬੇਸਪੀਅਰ ਸੀ। ਰੋਬੇਸਪੀਅਰ ਨੇ 1793 ਈਸਵੀ ਤੋਂ 94 ਈਸਵੀ ਤੱਕ ਫਰਾਂਸ 'ਤੇ ਸ਼ਾਸਨ ਕੀਤਾ। ਉਸਨੇ ਬਹੁਤ ਹੀ ਸਖਤ ਅਤੇ ਜ਼ਾਲਮ ਨੀਤੀਆਂ ਅਪਣਾਈਆਂ, ਜਿਸ ਕਾਰਨ ਉਸਦੇ ਸਮਰਥਕ ਹੀ ਉਸਦੇ ਰਾਜ ਨੂੰ ਆਤੰਕ ਦਾ ਰਾਜ ਕਹਿੰਦੇ ਸਨ। ਇਸ ਤੋਂ ਬਾਅਦ ਆਉਂਦਾ ਹੈ ਡਾਇਰੈਕਟਰੀ ਦਾ ਸ਼ਾਸਨ। ਜੈਕੋਬਿਨ ਸਰਕਾਰ ਦੇ ਪਤਨ ਦੇ ਬਾਅਦ ਰਾਸ਼ਟਰੀ ਸੰਮੇਲਨ ਨੇ 1795 ਈਸਵੀ ਵਿੱਚ ਫਰਾਂਸ ਦੇ ਲਈ ਨਵਾਂ ਸੰਵਿਧਾਨ ਤਿਆਰ ਕੀਤਾ ਸੀ ਅਤੇ ਦੇਸ਼ ਦੇ ਸ਼ਾਸਨ ਦੀ ਵਾਗਡੋਰ ਡਾਇਰੈਕਟਰੀ ਦੇ ਹੱਥ ਵਿੱਚ ਸੌਂਪ ਦਿੱਤੀ। ਇਸ ਡਾਇਰੈਕਟਰੀ ਵਿੱਚ 5 ਮੈਂਬਰ ਸਨ। ਬੇਟਾ, ਇਸ ਤੋਂ ਪਹਿਲਾਂ ਜਦੋਂ ਆਤੰਕ ਦਾ ਰਾਜ ਸੀ, ਉਸ ਸਮੇਂ ਰੋਬੇਸਪੀਅਰ, ਜਿਸ ਕੋਲ ਇਕੱਲੇ ਕੋਲ ਸਾਰੀ ਸ਼ਕਤੀਆਂ ਸਨ, ਜਿਸ ਦੇ ਕਾਰਨ ਉਹ ਤਾਨਾਸ਼ਾਹ ਬਣ ਗਿਆ। ਇਸ ਕਾਰਨ ਹੁਣ ਉਹਨਾਂ ਨੇ 5 ਮੈਂਬਰਾਂ ਦੀ ਇੱਕ ਸਭਾ ਬਣਾ ਦਿੱਤੀ, ਜਿਸ ਨੂੰ ਡਾਇਰੈਕਟਰੀ ਕਿਹਾ ਜਾਂਦਾ ਸੀ। ਡਾਇਰੈਕਟਰੀ ਨੇ 1795 ਈਸਵੀ ਤੋਂ 1799 ਤੱਕ ਫਰਾਂਸ 'ਤੇ ਸ਼ਾਸਨ ਕੀਤਾ। ਡਾਇਰੈਕਟਰੀ ਦੀ ਰਾਜਨੀਤਿਕ ਅਸਫਲਤਾ ਨੇ ਸੈਨਿਕ ਤਾਨਾਸ਼ਾਹ ਨੈਪੋਲੀਅਨ ਬੋਨਾਪਾਰਟ ਦੇ ਉਦੈ ਦਾ ਰਾਹ ਤਿਆਰ ਕੀਤਾ। ਨੈਪੋਲੀਅਨ ਉਹਨਾਂ ਮਹਾਨ ਵਿਅਕਤੀਆਂ ਵਿੱਚੋਂ ਸੀ ਜਿਨ੍ਹਾਂ ਨੇ ਸਧਾਰਨ ਕੁਲ ਵਿੱਚ ਜਨਮ ਲੈ ਕੇ ਉੱਚ ਅਹੁਦਾ ਪ੍ਰਾਪਤ ਕੀਤਾ। ਕੋਰਸਿਕਾ ਦੀਪ ਵਿੱਚ ਪੈਦਾ ਹੋਣ ਵਾਲੇ ਇਸ ਵਿਅਕਤੀ ਨੇ 1812 ਈਸਵੀ ਤੱਕ ਪੂਰੇ ਯੂਰਪ 'ਤੇ ਆਪਣੀ ਸੱਤਾ ਕਾਇਮ ਕਰ ਲਈ। ਉਸ ਨੂੰ ਅੰਤ ਵਿੱਚ ਯੂਰਪੀ ਸ਼ਕਤੀਆਂ ਨੇ ਮਿਲ ਕੇ ਹਰਾ ਦਿੱਤਾ ਅਤੇ ਬੰਦੀ ਬਣਾ ਲਿਆ।
ਉਸ ਨੂੰ ਬੰਦੀ ਦੇ ਤੌਰ ਤੇ ਸੈਂਟ ਹੈਲੇਨਾ ਨਾਂ ਦੇ ਦੀਪ ਉੱਤੇ ਰੱਖਿਆ ਗਿਆ, ਪਰ ਪੇਟ ਦੀ ਬਿਮਾਰੀ ਕਾਰਨ ਉਸ ਦੀ ਮੌਤ ਹੋ ਗਈ। ਬੇਟਾ ਫਰਾਂਸ ਦੀ ਕ੍ਰਾਂਤੀ ਨੇ ਪੂਰੇ ਸੰਸਾਰ ਨੂੰ ਪ੍ਰਭਾਵਿਤ ਕੀਤਾ। ਬੇਟਾ ਇਸ ਦੀ ਸਭ ਤੋਂ ਚੰਗੇ ਨਤੀਜੇ ਇਹ ਨਿਕਲੇ ਕਿ ਇਹ ਸਵੀਕਾਰ ਕਰ ਲਿਆ ਗਿਆ ਕਿ ਕਾਨੂੰਨ ਦੀ ਨਜ਼ਰ ਵਿੱਚ ਸਾਰੇ ਵਿਅਕਤੀ ਬਰਾਬਰ ਹਨ। ਸਭ ਤੋਂ ਵੱਡੀ ਗੱਲ ਸੁਤੰਤਰਤਾ, ਸਮਾਨਤਾ, ਭਾਈਚਾਰੇ ਦੇ ਸਿਧਾਂਤ ਤੇ ਜ਼ੋਰ ਦਿੱਤਾ ਗਿਆ। ਇਸ ਕ੍ਰਾਂਤੀ ਵਿੱਚ ਰੂਸੋ ਵਰਗੇ ਮਹਾਨ ਦਾਰਸ਼ਨਿਕਾਂ ਨੇ ਬਹੁਤ ਯੋਗਦਾਨ ਪਾਇਆ। ਉਸ ਦੀ ਪੁਸਤਕ ਦਾ ਸੋਸ਼ੀਅਲ ਕੰਟਰੈਕਟ, ਸਮਾਜਿਕ ਸਮਝੌਤਾ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ। ਬੇਟਾ ਇਹ ਸੀਗਾ ਫਰਾਂਸ ਦੀ ਕ੍ਰਾਂਤੀ ਦਾ ਟੌਪਿਕ। ਆਈ ਹੋਪ ਤੁਹਾਨੂੰ ਇਹ ਬਹੁਤ ਅੱਛੀ ਤਰ੍ਹਾਂ ਸਮਝ ਆਇਆ ਹੋਵੇਗਾ। ਬੇਟਾ ਹੁਣ ਤੁਸੀਂ ਜਿਹੜਾ ਵੀਡੀਓ ਦੇ ਵਿੱਚ ਤੁਹਾਨੂੰ ਮਾਈਂਡ ਮੈਪ ਦਿਖ ਰਿਹਾ ਹੈ ਉਹ ਆਪਣੀ ਕਾਪੀਜ਼ 'ਤੇ ਸੁੰਦਰ ਹੈਂਡਰਾਈਟਿੰਗ ਦੇ ਵਿੱਚ ਬਣਾਉਣਾ ਹੈ, ਤਿਆਰ ਕਰਨਾ ਹੈ। ਅਤੇ ਬੇਟਾ ਹੁਣ ਜਿਹੜਾ ਹੈ ਪੰਜਾਬ ਅਚੀਵਮੈਂਟ ਸਰਵੇ ਆ ਰਿਹਾ ਹੈ, ਤੁਸੀਂ ਉਸ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਸਵਾਗਤ ਕਰਨਾ ਹੈ, ਉਸ ਦਾ ਹਿੱਸਾ ਬਣਨਾ ਹੈ ਅਤੇ ਉਸ ਨੂੰ ਸਫਲ ਬਣਾਉਣਾ ਹੈ। ਥੈਂਕ ਯੂ।